ਸਾਹਿਤਕਾਰ ਸੁਖਵਿੰਦਰ ਅਮਰਤ ਦੀ ਜ਼ਿੰਦਗੀ ਦਾ ਸਫ਼ਰ ਬੜਾ ਪ੍ਰੇਰਨਾਦਾਇਕ ਹੈ। ਬਚਪਨ ਵਿੱਚ ਹੀ ਕਵਿਤਾ ਲਿਖਣ ਦਾ ਸ਼ੌਕ ਜਾਗਿਆ। ਕਵਿਤਾ ਲਿਖਣੀ ਸ਼ੁਰੂ ਕੀਤੀ, ਪਰ ਘਰਦਿਆਂ ਨੂੰ ਇਹ ਮਨਜ਼ੂਰ ਨਹੀਂ ਸੀ। ਇੱਕ ਦਿਨ ਜਦ ਕਵਿਤਾ ਲਿਖ ਰਹੇ ਸੀ ਤਾਂ ਇਹਨਾਂ ਦੇ ਮਾਤਾ ਜੀ ਨੇ ਇਹਨਾਂ ਦੀ ਕਾਪੀ ਚੁੱਲ੍ਹੇ ਵਿੱਚ ਸਾੜ ਦਿੱਤੀ ਤੇ ਜਦ ਇਹ 9ਵੀਂ ਕਲਾਸ ਵਿੱਚ ਹੋਈ ਤਾਂ ਘਰਦਿਆਂ ਨੇ ਪੜ੍ਹਨੋਂ ਹਟਾ ਲਿਆ। ਸੁਪਨੇ ਕਿਤੇ ਟੁੱਟਦੇ ਨਜ਼ਰ ਆਏ। ਛੋਟੀ ਉਮਰ ਵਿੱਚ ਹੀ ਵਿਆਹ ਹੋ ਗਿਆ, ਪਰ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਜ਼ਿਆਦਾ ਬਦਲਾਅ ਨਾ ਆਇਆ। ਸੰਘਰਸ਼ ਇਸੇ ਤਰ੍ਹਾਂ ਜਾਰੀ ਰਿਹਾ, ਪਰ ਹੌਸਲਾ ਨਹੀਂ ਛੱਡਿਆ। 26 ਸਾਲ ਦੀ ਉਮਰ ਵਿੱਚ ਫਿਰ ਤੋਂ ਪੜ੍ਹਨਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਪੰਜਾਬੀ ਲਿਟਰੇਚਰ ਨਾਲ MA ਕੀਤੀ ਤੇ ਅੱਜ ਉਹਨਾਂ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਪਾਠਕਾਂ ਦੀ ਪਹਿਲੀ ਪਸੰਦ ਬਣ ਚੁੱਕੀਆਂ ਹਨ। ਬਹੁਤ ਸਾਰੀਆਂ ਕਿਤਾਬਾਂ ਛਪ ਚੁੱਕੀਆਂ ਹਨ। ਆਓ ਜਾਣਦੇ ਹਾਂ ਉਹਨਾਂ ਦੇ ਸਾਹਿਤਿਕ ਸਫ਼ਰ ਬਾਰੇ। ਮੇਰੇ ਖੰਭਾਂ ਵਿੱਚ ਐਨੀ ਇੱਕ ਪਰਵਾਜ਼ ਹੈ ਕਿ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ। ਇਹ ਨਾ ਸਮਝੀ ਕਿ ਉੱਡਣਾ ਨਹੀਂ ਜਾਣਦੀ, ਤੇਰੇ ਕਦਮਾਂ 'ਚ ਜੇ ਮੈਂ ਬਸਰ ਕਰ ਲਵਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਾਹਿਤ ਦੇ ਸੰਗ ਔਰ ਜਿਨ੍ਹਾਂ ਨੇ ਕਵਿਤਾ ਦੀਆਂ ਖੂਬਸੂਰਤ ਲਾਈਨਾਂ ਲਿਖੀਆਂ ਨੇ ਉਹ ਮਹਿਮਾਨ ਅੱਜ ਸਾਡੇ ਨਾਲ ਮੌਜੂਦ ਨੇ ਔਰ ਉਹ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਜਿਹੜੀ ਬੜੀ ਪ੍ਰੇਰਨਾਮਈ ਆ ਔਰ ਖਾਸ ਕਰਕੇ ਕੁੜੀਆਂ ਲਈ, ਕਿਉਂਕਿ ਬਹੁਤ ਸਾਰਾ ਸਾਹਿਤ ਉਹਨਾਂ ਨੇ ਕੁੜੀਆਂ ਲਈ ਰਚਿਆ। ਤਾਂ ਜ਼ਿਆਦਾ ਦੇਰ ਤੁਹਾਨੂੰ ਵੇਟ ਨਹੀਂ ਕਰਾਉਂਦੇ, ਮੈਂ ਲਾਉਂਦੇ ਆ ਮਹਿਮਾਨ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ। ਜੀ ਮਿਹਰਬਾਨੀ ਜੀ। ਜੀ ਔਰ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਤੁਹਾਡੇ ਲਈ ਸਸਪੈਂਸ ਰੱਖਿਆ ਸੀ ਹੁਣ ਥੋੜਾ ਜਿਹਾ ਤੁਹਾਨੂੰ ਦੱਸ ਦਿੰਦੇ ਆ ਕਿ ਮੇਰੇ ਨਾਲ ਜੁੜੇ ਨੇ ਪ੍ਰੋਗਰਾਮ ਸਾਹਿਤ ਦੇ ਸੰਗ ਦੇ ਵਿੱਚ ਮੈਡਮ ਸੁਖਵਿੰਦਰ ਅਮਰਤ ਜੀ। ਔਰ ਮੈਮ ਤੁਹਾਡੀ ਨਾ ਇੱਕ ਕਵਿਤਾ ਹੈਗੀ ਆ ਮਾਵਾਂ ਤੇ ਧੀਆਂ ਤੇ, ਜਿਹਦੇ ਵਿੱਚ ਹਰ ਮਾਂ ਜਿਹੜੀ ਆਪਣੀ ਧੀ ਨੂੰ ਕੁਛ ਨਾ ਕੁਛ ਜਿਹੜਾ ਸੁਨੇਹਾ ਦਿੰਦੀ ਆ। ਔਰ ਇਹ ਜਿਹੜੀ ਕਵਿਤਾ ਮੈਨੂੰ ਲੱਗਦਾ ਕੁੜੀਆਂ ਦੁਆਰਾ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਕਿਉਂਕਿ ਬੜੀ ਪ੍ਰੇਰਨਾਮਈ ਆ। ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੀ ਉਸ ਕਵਿਤਾ ਤੋਂ ਹੀ ਕਰਦੇ ਹਾਂ। ਹਾਂ, ਕਵਿਤਾ ਹੈਗੀ ਮਾਵਾਂ ਤੇ ਧੀਆਂ। ਜੀ। ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਛ ਨਾ ਕੁਛ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨ ਆਵੇ। ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਸਿਆਣੀਆਂ ਕੁੜੀਆਂ ਲੁਕ ਲੁਕ ਕੇ ਰਹਿੰਦੀਆਂ, ਧੁੱਖ ਧੁੱਖ ਕੇ ਜਿਉਂਦੀਆਂ, ਝੁਕ ਝੁਕ ਕੇ ਤੁਰਦੀਆਂ, ਨਾ ਉੱਚਾ ਬੋਲਦੀਆਂ ਨਾ ਉੱਚਾ ਹੱਸਦੀਆਂ। ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ, ਬਸ ਧੂਏ ਦੇ ਪੱਜ ਰੋਂਦੀਆਂ ਤੇ ਕੰਧਾਂ ਦੇ ਓਲੇ ਘੁੱਗ ਵਸਦੀਆਂ। ਕਿ ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ, ਸਿਰ ਢੱਕ ਕੇ ਰੱਖਦੀਆਂ, ਅੱਖ ਉੱਤੇ ਨਹੀਂ ਚੱਕਦੀਆਂ। ਕਿ ਕੁੜੀਆਂ ਤਾਂ ਨਿਰੀਆਂ ਗਊਆਂ ਹੁੰਦੀਆਂ, ਜਿਹੜੇ ਕਿੱਲੇ ਨਾਲ ਬੰਨ ਦੇਵੋ ਬੱਝੀਆਂ ਰਹਿੰਦੀਆਂ। ਇਹ ਬੇਜ਼ਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ। ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ। ਉਸ ਦਾ ਹਰ ਵਾਕ ਮੇਰੇ ਰਾਹ ਵਿੱਚ ਦੀਵਾਰ ਬਣ ਕੇ ਉਸਰ ਆਇਆ ਤੇ ਮੈਂ ਆਪਣੀ ਧੀ ਨੂੰ ਸਮਝਾਇਆ। ਮੈਂ ਆਪਣੀ ਧੀ ਨੂੰ ਸਮਝਾਇਆ, ਤੂੰ ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ। ਤੂੰ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ। ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੌਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤਰਬਕ ਜਾਵੇ, ਹਰ ਜ਼ੰਜੀਰ ਤੈਨੂੰ ਵੇਖ ਕੇ ਮੜਕ ਜਾਵੇ, ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ। ਤੂੰ ਮਾਣ ਨਾਲ ਜਿਉਈ ਮਾਣ ਨਾਲ ਮਰੀ, ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀ। ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ। ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ। ਸ਼ਾਇਦ ਇਸ ਤੋਂ ਵੀ ਵੱਧ ਸੋਹਣਾ, ਇਸ ਤੋਂ ਵੀ ਵੱਧ ਮਮਤਾ ਅਤੇ ਮੁਕਤੀ ਭਰਿਆ, ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨ ਆਵੇ। ਤੇ ਸ਼ਾਇਦ ਯੁੱਗ ਇੱਦਾਂ ਹੀ ਪਲਟਦੇ ਨੇ। ਹਾਂ, ਯੁੱਗ ਇੱਦਾਂ ਹੀ ਪਲਟਦੇ ਨੇ। ਜੀ। ਔਰ ਬੜੀ ਖੂਬਸੂਰਤ ਕਵਿਤਾ ਤੁਹਾਡੀ, ਖੂਬਸੂਰਤ ਹੋਣ ਦੇ ਨਾਲ ਨਾਲ ਇੱਕ ਇੱਕ ਸ਼ਬਦ ਹੈ ਜਿਹੜਾ ਉਹ ਪ੍ਰੇਰਨਾਦਾਇਕ ਹੈ ਕੁੜੀਆਂ ਲਈ, ਹਨਾ। ਤੁਹਾਡੀ ਜਿਹੜੀ ਜ਼ਿੰਦਗੀ ਦੀ ਕਹਾਣੀ ਆ ਉਹ ਵੀ ਬੜੀ ਪ੍ਰੇਰਨਾਦਾਇਕ ਰਹੀ, ਹਨਾ। ਕਿਉਂਕਿ ਮੈਂ ਤੁਹਾਡੇ ਬਾਰੇ ਜਾਣਿਆ ਪੜ੍ਹਿਆ ਤਾਂ ਉਹਦੇ 'ਚ ਮੈਨੂੰ ਇਹ ਜਾਣਨ ਦਾ ਮੌਕਾ ਮਿਲਿਆ ਕਿ ਜਿਹੜੀ ਤੁਹਾਡੀ ਸ਼ਾਦੀ ਆ ਬਹੁਤ ਛੋਟੀ ਉਮਰ 'ਚ ਹੋ ਗਈ ਸੀ। 9ਵੀਂ ਕਲਾਸ 'ਚ ਤੁਹਾਨੂੰ ਪੜ੍ਹਨ ਨੂੰ ਵੀ ਹਟਾ ਲਿਆ ਗਿਆ, ਹਨਾ। ਔਰ ਤੁਹਾਡੇ ਜਿਹੜੇ ਮਾਤਾ ਪਿਤਾ ਸੀ ਤੁਹਾਡੀਆਂ ਕਵਿਤਾਵਾਂ ਲਿਖਣ ਦੇ ਫੇਵਰ 'ਚ ਨਹੀਂ ਸੀਗੇ। ਤੁਹਾਡੀ ਜਿਵੇਂ ਕਵਿਤਾਵਾਂ ਵਾਲੀ ਜਿਹੜੀ ਕਾਪੀ ਆ ਉਹ ਵੀ ਫਾੜ ਦਿੱਤੀ ਗਈ ਸੀ, ਹਨਾ। ਪਰ ਫਿਰ ਵੀ ਤੁਸੀਂ ਜਿਹੜਾ ਜ਼ਿੰਦਗੀ ਦਾ ਉਹ ਮੁਕਾਮ ਜਿਹੜਾ ਤੁਸੀਂ ਹਾਸਿਲ ਕਰਨਾ ਚਾਹੁੰਦੇ ਸੀ ਤੁਸੀਂ ਕੀਤਾ, ਹਨਾ।
ਅੱਜ ਤੁਸੀਂ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਤੇ ਫਿਰ ਕਿੱਦਾਂ ਦਾ ਤੁਹਾਡੀ ਲਾਈਫ ਦਾ ਉਹ ਸੰਘਰਸ਼ ਕਿਵੇਂ ਦਾ ਸੀਗਾ? ਰਾਜਵਿੰਦਰ, ਜਦੋਂ ਅੱਜ ਤੋਂ ਮੈਂ ਕਹੂੰਗੀ 30-35 ਸਾਲ ਪਹਿਲਾਂ ਜੀ। ਤੇ ਕਿਉਂਕਿ ਮੈਂ ਇੱਕ ਪਿੰਡ ਦੀ ਕੁੜੀ ਹਾਂ, ਪਿੰਡ ਦੀ ਜੰਮਪਲ ਹਾਂ, ਔਰ ਸਾਡੇ ਪਿੰਡਾਂ ਦੇ ਵਿੱਚ ਉਦੋਂ ਇਦਾਂ ਮਾਪੇ ਜਿਹੜੇ ਸੀਗੇ ਉਹ ਧੀਆਂ ਨੂੰ ਮਤਲਬ ਦੂਰ ਸਕੂਲੇ ਭੇਜਣ ਲੱਗੇ ਡਰਦੇ ਸੀਗੇ, ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਉਦੋਂ ਸਕੂਲ ਜਿਵੇਂ ਕੋਈ ਕਿਸੇ ਤੇ 5ਵੀਂ ਤੱਕ ਹੁੰਦਾ ਸੀ, ਕਿਤੇ 10ਵੀਂ ਤੱਕ ਹੁੰਦਾ ਸੀ, ਕਿਤੇ 8ਵੀਂ ਤੱਕ। ਜਿਹੜਾ ਸਾਡਾ ਪਿੰਡ ਸੀਗਾ, ਸਾਡੇ ਸਕੂਲ 5ਵੀਂ ਤੱਕ ਸੀਗਾ ਤੇ ਸਾਨੂੰ ਨਾਲ ਦੇ ਪਿੰਡ ਸਿੱਧਵਾਂ ਬੇਟ ਜਾਣਾ ਪੈਂਦਾ ਸੀਗਾ। ਤਾਂ ਬਸ ਇੱਕ ਤਾਂ ਮਾਪੇ ਕਹਿੰਦੇ ਸੀ ਚਲੋ ਸਿੱਧਵਾਂ ਬੇਟ 10ਵੀਂ ਕਰਾ ਲੈਂਦੇ ਆ, ਪਰ ਉਹਨਾਂ ਨੇ 10ਵੀਂ ਵੀ ਨਹੀਂ ਮੈਨੂੰ ਮੇਰੀ ਕਿਸਮਤ 'ਚ ਲਿਖੀ ਸੀਗੀ, ਕਿਉਂਕਿ 9ਵੀਂ 'ਚ ਜਦੋਂ ਮੈਂ ਪੜ੍ਹਦੀ ਸੀ ਮੇਰੇ ਬੀਜ ਦੇ ਸੱਟ ਲੱਗ ਗਈ ਸੀਗੀ ਤਾਂ ਮੈਨੂੰ ਪੜ੍ਹਨੋਂ ਹਟਣਾ ਪਿਆ ਹਨਾ, ਕਿਉਂਕਿ ਮੈਂ ਘਰ ਦੀ ਵੱਡੀ ਧੀ ਸੀਗੀ। ਤੇ ਜਦੋਂ ਮੈਨੂੰ ਪੜ੍ਹਨੋਂ ਹਟਾ ਲਿਆ ਗਿਆ ਤੇ ਮੈਨੂੰ ਲੱਗਿਆ ਵੀ ਮੇਰੇ ਕੁਛ ਵੀ ਬਣਨ ਦੇ ਜਿਹੜੇ ਸੁਪਨੇ ਸੀਗੇ ਉਹ ਸਾਰੇ ਢਹਿ ਢੇਰੀ ਹੋ ਗਏ, ਵੀ ਹੁਣ ਮੈਂ ਕੁਛ ਵੀ ਨਹੀਂ ਬਣ ਸਕਦੀ, ਨਾ ਮੈਂ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹਾਂ, ਪੈਸੇ ਕਮਾ ਸਕਦੀ ਹਾਂ, ਤੇ ਮੈਨੂੰ ਮਤਲਬ ਨਾ ਹੀ ਮੈਂ ਕੁਛ ਨਾ ਕਮਾ ਸਕਦੀ ਹਾਂ। ਜਿਵੇਂ ਮੇਰੇ ਮਨ ਵਿੱਚ ਇੱਕ ਕਵਿਤਾ ਦੇ ਜਿਹੜੇ ਬੀਜ ਪੁੰਗਰੇ ਆਏ ਸੀਗੇ, ਮੈਂ ਛੋਟੇ ਛੋਟੇ ਗੀਤ ਜੋੜਨ ਲੱਗ ਪਈ ਸੀਗੀ, ਤੇ ਮੈਨੂੰ ਲੱਗਿਆ ਵੀ ਹੁਣ ਮੈਂ ਅੰਮ੍ਰਿਤਾ ਪ੍ਰੀਤਮ ਵਾਂਗ ਕਵਿਤਰੀ ਵੀ ਨਹੀਂ ਬਣ ਸਕਦੀ, ਜਿਵੇਂ ਮੇਰੇ ਮਾਸਟਰ ਜੀ ਨੇ ਮੈਨੂੰ ਕਿਹਾ ਸੀਗਾ। ਤੇ ਹੁਣ ਤਾਂ ਆਪਣੀ ਮਾਂ ਵਾਂਗੂ ਹੀ ਮੈਨੂੰ ਘਰ ਵਿੱਚ ਰਹਿ ਕੇ ਘਰ ਪਰਿਵਾਰ ਦੇ ਕੰਮ ਕਰਨੇ ਪੈਣੇ ਆ, ਤੇ ਨਿੱਕੀ ਨਿੱਕੀ ਚੀਜ਼ ਲਈ ਆਪਣੇ ਪਤੀ ਤੋਂ ਪੈਸੇ ਮੰਗਣੇ ਪੈਣੇ ਆ, ਤੇ ਕੁੱਟ ਖਾਣੀ ਪੈਣੀ ਆ। ਸੋ ਇਸ ਤਰ੍ਹਾਂ ਮੈਂ ਬਹੁਤ ਟੁੱਟ ਗਈ। ਪਰ ਪਤਾ ਨਹੀਂ ਕੀ ਸੀਗਾ ਕਿ ਉਹ ਕਵਿਤਾ ਮੈਂ ਵੈਸੇ ਪੜ੍ਹੀ ਨਹੀਂ ਸੀਗੀ ਆਪਣੇ ਪਾਸ਼ ਦੀ ਉਦੋਂ, ਉਦਾਂ ਹੀ ਮੇਰੇ ਮਨ ਵਿੱਚ ਕੁਛ ਬੀਜਿਆ ਗਿਆ ਵੀ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ, ਵੀ ਮੈਂ ਆਪਣੇ ਸੁਪਨੇ ਨੂੰ ਮਰਨ ਨਹੀਂ ਦੇਣਾ। ਵੀ ਜੇ ਮੇਰੇ ਮਾਪਿਓ ਨੇ ਮੈਨੂੰ ਨਹੀਂ ਪੜ੍ਹਾਇਆ ਹਨਾ, ਤੇ ਮੇਰਾ ਕਿਹੜਾ ਇੱਕੋ ਘਰ ਆ, ਧੀਆਂ ਦਾ ਕਿਹੜਾ ਇੱਕੋ ਘਰ ਹੁੰਦਾ, ਵੀ ਮੈਂ ਸਹੁਰੇ ਚਲੀ ਜਾਣਾ, ਉੱਥੇ ਮੇਰਾ ਇੱਕ ਘਰ ਪਰਿਵਾਰ ਹੋਰ ਹੋਊਗਾ, ਮੈਂ ਉਹਨਾਂ ਨੂੰ ਕਹੂੰਗੀ ਮੈਨੂੰ ਸਕੂਲੇ ਲਾ ਦਿਓ। ਤੇ ਮੈਂ ਆਈ ਸੋਚਦੀ ਨਾ, ਆਪਣੇ ਵਿਆਹ ਬਾਰੇ ਸੋਚਦੀ ਰਹਿੰਦੀ ਸੀ ਵੀ ਛੇਤੀ ਛੇਤੀ ਮੇਰਾ ਵਿਆਹ ਹੋ ਜਾਵੇ, ਫਿਰ ਮੈਂ ਪੜ੍ਹਾਂ ਤੇ ਫਿਰ ਮੈਂ ਕੁਛ ਬਣਾ, ਨੌਕਰੀ ਕਰਾਂ, ਪੈਸੇ ਕਮਾਵਾਂ। ਤਾਂ ਜਦੋਂ ਮੇਰਾ ਵਿਆਹ ਹੋਇਆ ਉਹ ਵੀ ਮੇਰੀ ਕਿਸਮਤ ਨੇ ਸਾਥ ਨਾ ਦਿੱਤਾ, ਉਦਾਂ ਦੀ ਸੋਚ ਵਾਲਾ ਹੀ ਪਰਿਵਾਰ ਸੀਗਾ। ਤੇ ਉਹਨਾਂ ਨੇ ਵੀ, ਜਿਵੇਂ ਮੇਰੀ ਮਾਂ ਨੇ ਪਹਿਲਾਂ ਜਿਹੜੀ ਮੇਰੀ ਪਹਿਲੀ ਕਾਪੀ ਸੀ ਸਾੜਤੀ ਸੀ ਚੁੱਲ੍ਹੇ 'ਚ, ਉਹ ਕਹਿੰਦੀ ਸੀ ਕਿ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਦੂ। ਤੇ ਇਦਾਂ ਹੀ ਜਦੋਂ ਉੱਥੇ ਜਾ ਕੇ ਮੈਂ ਨਿੱਕੇ ਨਿੱਕੇ ਗੀਤ ਜੋੜਨ ਲੱਗ ਪਈ ਕਾਪੀ ਤੇ, ਤਾਂ ਉਹਨਾਂ ਨੇ ਵੀ ਫਿਰ ਮੇਰੀਆਂ ਕਾਪੀਆਂ ਪਾੜਨੀਆਂ ਸ਼ੁਰੂ ਕਰਤੀਆਂ, ਚੁੱਲ੍ਹੇ 'ਚ ਸਾੜਨੀਆਂ ਸ਼ੁਰੂ ਕਰਤੀਆਂ। ਅੱਛਾ ਜੀ। ਤੇ ਫਿਰ ਮੈਨੂੰ ਲੱਗਿਆ ਵੀ ਮੈਂ ਤਾਂ ਹੁਣ ਬਸ ਵੀ ਇੱਥੇ ਹੀ ਰਹਿ ਜਾਣਾ, ਇੱਥੇ ਮੇਰਾ ਦਮ ਟੁੱਟ ਜਾਣਾ। ਪਰ 10 ਸਾਲ ਮੈਂ ਆਪਣੇ ਘਰ ਵਾਲੇ ਦੀਆਂ ਮਿਹਨਤਾਂ ਕਰਦੀ ਰਹੀ, ਮੈਂ ਆਪਣੇ ਸੁਪਨੇ ਨੂੰ ਮਰਨ ਨਾ ਦਿੱਤਾ। ਤੇ ਅਖੀਰ ਮੈਨੂੰ ਮੇਰੇ ਜਦੋਂ ਬੱਚੇ ਪੜ੍ਹਦੇ ਸੀਗੇ, ਮੇਰੀ ਬੇਟੀ ਫਸਟ ਵਿੱਚ ਪੜ੍ਹਦੀ ਸੀ, ਬੇਟਾ KG 'ਚ ਪੜ੍ਹਦਾ ਸੀਗਾ, ਤੇ ਮੇਰੇ ਹਸਬੈਂਡ ਨੇ ਮੈਨੂੰ ਕਿਹਾ ਚੱਲ ਤੂੰ ਵੀ ਪੜ੍ਹ ਕੇ ਜਿਹੜਾ ਆਪਣਾ ਕਿਲੇ ਸਰ ਕਰਨੇ ਆ ਕਰ ਲਾ। ਜਿਵੇਂ ਜਿਹੜਾ ਤੁਹਾਡਾ ਸੁਪਨਾ ਅਧੂਰਾ ਸੀਗਾ ਤੁਹਾਨੂੰ ਲੱਗਿਆ ਕਿ ਉਹ ਪੂਰਾ ਹੋਣ ਜਾ ਰਿਹਾ। ਹਾਂ, ਜਿਵੇਂ ਅੱਕ ਕੇ ਨਾ ਕਹਿਤਾ ਹੋਵੇ ਉਹਨਾਂ ਮੇਰੇ ਤਰਲਿਆਂ ਮੂਹਰੇ, ਜਿਵੇਂ ਹਾਰ ਗਿਆ ਹੋਵੇ ਹਨਾ। ਬਸ ਫਿਰ ਮੈਂ ਪੜ੍ਹਨ ਲੱਗ ਪਈ, ਤੇ ਜਿਹੜੇ ਸਕੂਲ ਬੱਚੇ ਜਾਂਦੇ ਸੀਗੇ ਉੱਥੇ ਹੀ ਮੈਂ ਮੈਡਮ ਨੂੰ ਕਿਹਾ, ਪ੍ਰਿੰਸੀਪਲ ਮੈਡਮ ਸੀ ਜਿਹੜੇ, ਮੈਂ ਕਿਹਾ ਮੈਂ ਪੜ੍ਹਨ ਲੱਗਣਾ। ਤੇ ਉਹਨਾਂ ਨੇ ਵੀ ਕਾਫੀ ਤਰਲੇ ਕਰਵਾਏ, ਕਹਿਣ ਸਾਡਾ ਰਿਜ਼ਲਟ ਖਰਾਬ ਹੋ ਜਾਊਗਾ, ਤੂੰ ਤਾਂ ਭੁੱਲ ਗਈ ਹੋਣੀ ਆ 12 ਸਾਲ ਪਹਿਲਾਂ ਪੜ੍ਹਿਆ ਲਿਖਿਆ। ਸੋ ਪਰ ਮੈਂ ਉਹਨਾਂ ਦੇ ਪੜ੍ਹਨ ਲੱਗ ਗਈ ਤੇ 10ਵੀਂ ਕੀਤੀ ਚੰਗੇ ਨੰਬਰਾਂ ਨਾਲ, ਫਿਰ 12ਵੀਂ ਇਦਾਂ MA ਕਰ ਲਈ ਪੰਜਾਬੀ ਦੀ ਇਸ ਤਰ੍ਹਾਂ। ਤੇ ਨਾਲ ਫਿਰ ਮੈਂ ਹੋਰ ਕਵੀਆਂ ਨੂੰ ਪੜ੍ਹਨਾ ਸ਼ੁਰੂ ਕੀਤਾ, ਹੋਰ ਸਾਹਿਤਕ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਹੋਰ ਚੰਗੀਆਂ ਕਵਿਤਾਵਾਂ ਲਿਖਣ ਦੀ ਕੋਸ਼ਿਸ਼ ਕੀਤੀ। ਨਵੇਂ ਸਿਰੇ ਤੋਂ ਫਿਰ ਇੱਕ ਮੇਰਾ ਜਨਮ ਹੋਇਆ, ਨਵੇਂ ਸਿਰੇ ਤੋਂ ਮੈਂ ਆਪਣਾ ਇੱਕ ਸਫ਼ਰ ਸ਼ੁਰੂ ਕੀਤਾ ਇਸ ਤਰ੍ਹਾਂ। ਤੇ ਅੱਜ ਹੁਣ ਦੇਖੋ ਕਿ ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਆ ਚੁੱਕੀਆਂ ਹਨਾ, ਤੁਸੀਂ ਕਵਿਤਾ ਗਜ਼ਲ ਵੀ ਲਿਖਦੇ ਹੋ। ਤੇ ਅੱਜ ਤੁਹਾਨੂੰ, ਜਿਵੇਂ ਤੁਹਾਡੀ ਫੈਮਿਲੀ ਦੀ ਗੱਲ ਕਰ ਲਈਏ ਜਾਂ ਤੁਹਾਡੇ ਹਸਬੈਂਡ ਆ, ਅੱਜ ਤੁਹਾਨੂੰ ਕਿਵੇਂ ਦੇਖਦੇ ਆ? ਅੱਜ ਉਹਨਾਂ ਨੂੰ ਬਹੁਤ ਮਾਣ ਹੁੰਦਾ ਵੀ ਉਹਨਾਂ ਨੂੰ ਆਪਣੀ ਐਂ ਵੀ ਲੱਗਦਾ ਵੀ ਅਸੀਂ ਇਹਦੇ ਨਾਲ ਜ਼ਿਆਦਤੀ ਕੀਤੀ ਹਨਾ, ਵੀ ਉਦੋਂ ਅਸੀਂ ਗੱਲ ਮੰਨੀ ਨਹੀਂ, ਇਹਦਾ ਟਾਈਮ ਅਸੀਂ ਬਹੁਤ ਖਰਾਬ ਕਰਤਾ ਜਾਂ ਹਨਾ। ਪਰ ਫਿਰ ਕਹਿੰਦੇ ਆ ਵੀ ਹਰ ਗੱਲ ਦਾ ਜਿਵੇਂ ਇੱਕ ਸਮਾਂ ਹੁੰਦਾ ਹਨਾ, ਵੀ ਦੇਰ ਆਇਦ ਦਰੁਸਤ ਆਇਦ ਵਾਲੀ ਗੱਲ ਹੁੰਦੀ ਆ। ਤੇ ਮੈਂ ਵੀ ਇੰਨੇ ਫਲੋ ਦੇ ਨਾਲ ਮਤਲਬ ਲਿਖਣਾ ਸ਼ੁਰੂ ਕੀਤਾ। ਮੈਂ ਉਹਨਾਂ ਸਾਲਾਂ ਦੇ ਵਿੱਚ MA ਵੀ ਕੀਤੀ, ਉਹਨਾਂ ਸਾਲਾਂ ਦੇ ਵਿੱਚ ਮੇਰੀਆਂ ਕਈ 4-5 ਕਿਤਾਬਾਂ ਵੀ ਛਪ ਗਈਆਂ ਸੀ ਜਦੋਂ ਤੱਕ ਮੈਂ MA ਕੀਤੀ ਨਾ, ਕਿਉਂਕਿ MA ਵੀ ਮੈਂ ਜਿਵੇਂ 10ਵੀਂ ਤੋਂ ਬਾਅਦ 12ਵੀਂ ਤੱਕ ਕਰ ਲਈ ਸੀ। 12ਵੀਂ ਤੋਂ ਬਾਅਦ ਫਿਰ ਮੈਂ ਥੋੜੀ ਜਿਹੀ
ਹੂੰ ਬ੍ਰੇਕ ਪਾਤੀ। ਜੀ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਲਿਖਾ ਲਵਾਂ, ਵੀ ਹੁਣ ਮੈਂ ਪੜ੍ਹ ਲਿਖ ਕੇ ਕੀ ਬਣਨਾ, ਵੀ ਹੂੰ ਚਲੋ ਮੇਰਾ ਸ਼ੌਕ ਪੂਰਾ ਹੋ ਗਿਆ, ਮੈਂ 12 ਜੀ ਪੜ੍ਹ ਲਈਆਂ। ਪਰ ਫਿਰ 4-5 ਸਾਲਾਂ ਬਾਅਦ ਮੈਂ ਫਿਰ ਬੀਏ ਕਰਨੀ ਸ਼ੁਰੂ ਕੀਤੀ, ਹੂੰ ਜਦੋਂ ਮੇਰੀ ਪਹਿਲੀ ਕਿਤਾਬ ਛਪੀ। ਜੀ ਕਿਉਂਕਿ ਪਹਿਲੀ ਕਿਤਾਬ ਛਪਣ ਨਾਲ ਮੈਨੂੰ ਬਹੁਤ ਜ਼ਿਆਦਾ ਮੇਰਾ ਆਤਮ ਵਿਸ਼ਵਾਸ ਵਧਿਆ, ਬੜਾ ਹੂੰ ਮੈਨੂੰ ਉਤਸ਼ਾਹਿਤ ਕਰਨ ਵਾਲੇ ਜਾਣੀ ਕਿ ਜਿਹੜੇ ਲੇਖਕਾਂ ਨੇ, ਜੀ ਬੁੱਧੀਜੀਵੀਆਂ ਨੇ, ਹੂੰ ਸਾਹਿਤਕਾਰਾਂ ਨੇ, ਸਾਰਿਆਂ ਨੇ ਮੈਨੂੰ ਗੱਲਾਂ ਕਹੀਆਂ, ਮੇਰੇ ਕਿਤਾਬ ਦੇ ਰਿਵਿਊ ਛਪੇ। ਹੂੰ ਸੋ ਮੈਂ ਫਿਰ ਨਾਲ ਲਿਖਦੀ ਰਹੀ ਤੇ ਨਾਲ ਐਮਏ ਕੀਤੀ, ਇਦਾਂ ਅਗਲਾ ਸਫ਼ਰ ਸ਼ੁਰੂ ਹੋਇਆ। ਜੀ ਸੋ ਔਰ ਤੁਹਾਡਾ ਜਿਹੜਾ ਹੈਗਾ ਗਜ਼ਲ ਨੂੰ ਇੱਕ ਕਹਿ ਲਓ ਕਿ ਗਜ਼ਲ ਪੜ੍ਹਨ ਦਾ ਇੱਕ ਜਿਹੜਾ ਅੰਦਾਜ਼ ਆ ਤੁਹਾਡਾ ਉਹ ਵੀ ਬਹੁਤ ਜੀ ਵੱਖਰਾ ਹੈ, ਤੇ ਮੈਂ ਜੀ ਤੁਹਾਡੇ ਤੋਂ ਇੱਕ ਗਜ਼ਲ ਵੀ ਜ਼ਰੂਰ ਸੁਣਨਾ ਚਾਹੂੰਗੀ। ਹਾਂਜੀ, ਜੀ ਕਿਹੜੀ ਸੁਣਾਵਾਂ? ਜਿਹੜੀ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਦਿਲ ਦੇ ਬਹੁਤ ਨੇੜੇ ਹੈ, ਜਾਂ ਪਾਠਕਾਂ ਵੱਲੋਂ ਬੜਾ ਵਧੀਆ ਹੰਗਾਰਾ ਮਿਲਿਆ ਤੁਹਾਡੀ ਗਜ਼ਲ ਨੂੰ। ਅਹ ਹਾਂਜੀ, ਮੇਰੇ ਮਨ ਦੇ ਨੇੜੇ ਬਹੁਤ ਹੂੰ ਸਾਰੀਆਂ ਨੇ, ਜੀ ਪਰ ਇੱਕ ਗਜ਼ਲ ਦੇ ਕੁਝ ਸ਼ੇਰ ਨੇ, ਮੁਸਲਸਲ ਗਜ਼ਲਾਂ, ਉਹ ਤਾਂ ਮਤਲਬ ਹੂੰ ਉਹਦੇ ਵਿੱਚ ਇੱਕ ਭਾਵਨਾਵਾਂ ਦੀ ਸਾਂਝ ਆ ਸਾਰੇ ਸ਼ੇਰਾਂ ਦੇ ਵਿੱਚ। ਜੀ ਉਹਦੇ ਵਿੱਚ ਇਦਾਂ ਲੱਗਦਾ ਵੀ ਇੱਕ ਜਿਹੜੀ ਆ ਨਜ਼ਮ ਜਿਵੇਂ ਆਪਣੇ ਪਾਠਕ ਨੂੰ ਕੁਝ ਕਹਿ ਰਹੀ ਹੋਵੇ, ਔਰ ਇੱਕ ਨਾਰੀ ਜਿਵੇਂ ਆਪਣੇ ਪੁਰਖ ਨੂੰ ਕੁਝ ਕਹਿ ਰਹੀ ਹੋਵੇ। ਹੂੰ ਸੋ ਉਹ ਹੈਗੇ ਆ ਕਿ ਇਉਂ ਨਾ ਤੂੰ ਫੇਰ ਅੱਖੀਆਂ, ਹੂੰ ਇਉਂ ਨਾ ਨਕਾਰ ਮੈਨੂੰ, ਇਉਂ ਨਾ ਤੂੰ ਫੇਰ ਅੱਖੀਆਂ, ਇਉਂ ਨਾ ਨਕਾਰ ਮੈਨੂੰ, ਕਵਿਤਾ ਜ਼ਰਾ ਮੈਂ ਮੁਸ਼ਕਲ ਫਿਰ ਤੋਂ ਵਿਚਾਰ ਮੈਨੂੰ। ਹੂੰ ਕੋਈ ਹੋਰ ਪੜ੍ਹ ਨਾ ਸਕਦਾ, ਤਫਸੀਰ ਕਰ ਨਾ ਸਕਦਾ, ਕੋਈ ਹੋਰ ਪੜ੍ਹ ਨਾ ਸਕਦਾ, ਤਫਸੀਰ ਕਰ ਨਾ ਸਕਦਾ, ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ। ਬਿੰਦੀ ਕੋਈ ਲਗਾ ਦੇ ਤੇ ਡੰਡੀਆਂ ਵੀ ਪਾ ਦੇ, ਹੂੰ ਬਿੰਦੀ ਕੋਈ ਲਗਾ ਦੇ ਤੇ ਡੰਡੀਆਂ ਵੀ ਪਾ ਦੇ, ਜਿੱਦਾਂ ਨਿਖਾਰ ਸਕਦਾ ਉਦਾਂ ਨਿਖਾਰ ਮੈਨੂੰ। ਕੁਝ ਹੋਰ ਗੂੜੀ ਹੋਵਾਂ, ਕੁਝ ਹੋਰ ਰੰਗ ਉਭਰਨ, ਕੁਝ ਹੋਰ ਗੂੜੀ ਹੋਵਾਂ, ਕੁਝ ਹੋਰ ਰੰਗ ਉਭਰਨ, ਤੂੰ ਦਿਲ ਦੇ ਵਰਕਿਆਂ ਤੇ ਏਦਾਂ ਉਤਾਰ ਮੈਨੂੰ। ਜੇ ਕਹਿ ਦਏ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ, ਜੇ ਕਹਿ ਦਏ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ, ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ। ਤੈਥੋਂ ਜੇ ਮੁੱਖ ਮੈਂ ਮੋੜਾਂ ਕਰਕੇ ਜੇ ਕੌਲ ਤੋੜਾਂ, ਤੈਥੋਂ ਜੇ ਮੁੱਖ ਮੈਂ ਮੋੜਾਂ ਕਰਕੇ ਜੇ ਕੌਲ ਤੋੜਾਂ, ਤੂੰ ਹਰਫ ਹਰਫ ਕਰਕੇ ਦੇਵੀਂ ਖਿਲਾਰ ਮੈਨੂੰ। ਇਉਂ ਨਾ ਤੂੰ ਫੇਰ ਅੱਖੀਆਂ, ਇਉਂ ਨਾ ਨਕਾਰ ਮੈਨੂੰ, ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ। ਬਹੁਤ ਖੂਬ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਵਧਾਉਂਦੇ ਹਾਂ। ਤੁਸੀਂ ਇੱਕ ਕਵਿਤਾ ਲਿਖੀ ਕਤਰਾ, ਜਿਹਦੇ 'ਚ ਤੁਸੀਂ ਲਿਖਿਆ ਕਿ ਪਾਣੀ ਦਾ ਇੱਕ ਕਤਰਾ ਮੇਰਾ ਹਮਦਰਦ ਬਣ ਕੇ ਆਇਆ। ਇਹ ਕੀ ਕੋਈ ਘਟਨਾ ਸੀ ਜਾਂ ਤੁਹਾਡੇ ਮਨ ਦਾ ਖਿਆਲ ਸੀ? ਇਹ ਕਵਿਤਾ ਇਦਾਂ ਸੀਗੀ ਕਿ ਦੋ ਸਤਰਾਂ ਦੀ ਕਵਿਤਾ, ਛੋਟੀ ਜਿਹੀ ਆਪਾਂ ਸਾਂਝੀ ਕਰ ਲੈਂਦੇ ਸਾਰਿਆਂ ਨਾਲ, ਜੀ ਕਿ ਪਾਣੀ ਦਾ ਇੱਕ ਕਤਰਾ ਮੇਰਾ ਹਮਦਰਦ ਬਣ ਕੇ ਆਇਆ, ਤੇ ਮੇਰੀ ਅੱਗ ਵਿੱਚ ਸੜਦੇ ਸਮੁੰਦਰਾਂ ਨੂੰ ਦੇਖ ਕੇ ਪਰਤ ਗਿਆ। ਮੈਨੂੰ ਲੱਗਦਾ ਕਿ ਜਿਹੜੀ ਰਾਜਵਿੰਦਰ ਮੇਰੀ ਬਹੁਤੀ ਕਵਿਤਾ, ਉਹ ਨਾ ਮੈਂ ਆਪਣੀ ਜ਼ਿੰਦਗੀ ਦੇ ਅਨੁਭਵਾਂ ਚੋਂ, ਤਜਰਬਿਆਂ ਚੋਂ, ਹਨਾ, ਜਿਹੜੇ ਦੁੱਖਾਂ ਸੁੱਖਾਂ ਚੋਂ ਕਸ਼ੀਦ ਕੀਤੀ ਆ। ਔਰ ਜਾਂ ਤਾਂ ਉਹ ਘਟਨਾਵਾਂ ਮੇਰੇ ਨਾਲ ਵਾਪਰੀਆਂ, ਉਹ ਦੁੱਖ ਮੈਂ ਆਪਣੇ ਜਾਨ ਤੇ ਝੱਲੇ, ਜਾਂ ਫਿਰ ਉਹ ਮੇਰੇ ਆਲੇ ਦੁਆਲੇ ਜਿਹੜੀਆਂ ਕੁੜੀਆਂ ਸੀਗੀਆਂ, ਚਾਹੇ ਉਹ ਮੇਰੀ ਮਾਂ ਸੀ ਜਾਂ ਮੇਰੀਆਂ ਭੈਣਾਂ, ਚਾਚੀਆਂ, ਤਾਈਆਂ, ਹਨਾ, ਉਹਨਾਂ ਨੇ ਦੇਖੇ, ਉਹਨਾਂ ਨੇ ਝੱਲੇ। ਸੋ ਇਸ ਕਵਿਤਾ ਦਾ ਪਿਛੋਕੜ ਆਪਾਂ ਏਦਾਂ ਕਹਿ ਸਕਦੇ ਹਾਂ, ਜਾਂ ਕਿਵੇਂ ਇਹ ਮੇਰੇ ਮਨ ਵਿੱਚ ਆਈ, ਵੀ ਮੇਰਾ ਦੁੱਖ ਇੰਨਾ ਵੱਡਾ ਸੀਗਾ ਜੀ, ਵੀ ਜਦੋਂ ਕੋਈ ਸ਼ਖਸ ਆਉਂਦਾ, ਹਨਾ, ਵੀ ਮੈਂ ਤੇਰਾ ਸਹਾਰਾ ਬਣਦਾ ਜਾਂ ਮੈਂ ਤੈਨੂੰ ਇਸ ਦੁੱਖ ਚੋਂ ਕੱਢ ਲੈਣਾ, ਪਰ ਉਹ ਵੀ ਦੇਖ ਕੇ ਇਦਾਂ ਅਸਹਾਏ ਮਹਿਸੂਸ ਕਰਦਾ ਆਪਣੇ ਆਪ ਨੂੰ, ਹਨਾ, ਹੈਲਪਲੈਸ ਹੋ ਜਾਂਦਾ, ਵੀ ਕਿਉਂਕਿ ਉਹ ਦੁੱਖ ਇੰਨਾ ਵੱਡਾ ਹੁੰਦਾ ਵੀ ਉਹਦੀ ਅੱਗ ਵਿੱਚ ਸਮੁੰਦਰਾਂ ਦਾ ਪਾਣੀ ਵੀ ਖੌਲ ਰਿਹਾ ਹੁੰਦਾ, ਔਰ ਉਹ ਸਿਰਫ ਇੱਕ ਪਾਣੀ ਦਾ ਕਤਰਾ ਹੁੰਦਾ, ਜਿਹੜਾ ਕਿ ਚਾਹ ਕੇ ਵੀ ਉਹ ਉਸ ਦੁੱਖ ਚੋਂ ਤੁਹਾਨੂੰ ਕੱਢ ਨਹੀਂ ਸਕਦਾ। ਕਈ ਵਾਰੀ ਆਪਣੇ ਮਨ 'ਚ ਵੀ ਇਦਾਂ ਆਉਂਦਾ ਵੀ, ਹਨਾ, ਆਪਾਂ ਕਿਸੇ ਨੂੰ ਦੁੱਖ 'ਚ ਦੇਖ ਕੇ ਆਪਾਂ ਸੋਚਦੇ ਹਾਂ ਵੀ ਆਪਾਂ ਇਹਦਾ ਦੁੱਖ ਘਟਾਈਏ, ਵੀ ਆਪਾਂ ਇਹਨੂੰ ਸਹਾਰਾ ਦੇਈਏ, ਪਰ ਆਪਾਂ ਕਰ ਨਹੀਂ ਸਕਦੇ ਹੁੰਦੇ ਕੁਝ, ਆਪਾਂ ਉਹਨੂੰ ਦੁੱਖ ਚੋਂ ਕੱਢ ਨਹੀਂ ਸਕਦੇ। ਸੋ ਇਸ ਤਰ੍ਹਾਂ ਦੇ ਭਾਵ ਆ ਇਸ ਵਿੱਚ। ਤੇ ਤੁਸੀਂ ਉਦਾਸੀ ਕਵਿਤਾ ਵੀ ਲਿਖੀ, ਹਨਾ, ਵੈਸੇ ਜਿਹੜੀਆਂ ਤੁਹਾਡੀਆਂ ਕਵਿਤਾਵਾਂ ਹੈ ਬੜੀਆਂ ਪ੍ਰੇਰਨਾਦਾਇਕ ਹੈ, ਤੇ ਉਦਾਸੀ ਕਵਿਤਾ ਤੁਹਾਡੇ ਜ਼ਿਹਨ 'ਚ ਕਿਵੇਂ ਆਈ? ਹਾਂ, ਇਹ ਕਵਿਤਾ ਵੀ ਦੋ ਸਤਰਾਂ ਦੀ ਸੀਗੀ, ਵੀ ਉਦਾਸੀ ਇਸ ਗੱਲ ਦੀ ਨਹੀਂ ਕਿ ਉਸਨੇ ਮੇਰੇ
ਮਨ ਦਾ ਸ਼ੀਸ਼ਾ ਤੋੜ ਦਿੱਤਾ। ਹੂੰ ਉਦਾਸੀ ਇਸ ਗੱਲ ਦੀ ਹੈ ਹੂੰ ਕਿ ਸ਼ੀਸ਼ੇ ਦੇ ਨਾਲ ਉਸ ਦਾ ਖੂਬਸੂਰਤ ਅਕਸ ਵੀ ਟੁੱਟ ਗਿਆ। ਹੂੰ ਇਹ ਰਾਜਵਿੰਦਰ ਵੈਸੇ ਤਾਂ ਬਹੁਤੀ ਔਖੀ ਕਵਿਤਾ ਨਹੀਂ ਹੈਗੀ, ਜੀ ਕਿਉਂਕਿ ਜਦੋਂ ਸਾਡਾ ਜਿਹੜਾ ਮਨ ਦੇ ਸ਼ੀਸ਼ੇ ਵਿੱਚ ਜਿਹੜਾ ਕਿਸੇ ਦੂਸਰੇ ਸ਼ਖਸ ਦਾ ਜਿਹੜਾ ਇਮੇਜ ਬਣਿਆ ਹੁੰਦਾ, ਅਕਸ ਹੂੰ, ਬਣਿਆ ਹੁੰਦਾ, ਜੀ। ਤਸਵੀਰ ਇੱਕ ਅਸੀਂ ਆਪਣੀ ਬਣਾ ਲੈਂਦੇ ਹਾਂ, ਹੂੰ ਉਹ ਜਦੋਂ ਕਿਸੇ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਜਾਂ ਬਹੁਤ ਹੂੰ। ਕਦਰ ਕਰਦੇ ਹਾਂ ਕਿਸੇ ਦੀ, ਹਨਾ, ਜੀ ਸਤਿਕਾਰ ਕਰਦੇ ਹਾਂ, ਤਾਂ ਉਹ ਇਮੇਜ ਬਹੁਤ ਵੱਡਾ ਹੁੰਦਾ, ਹੂੰ ਬਹੁਤ ਖੂਬਸੂਰਤ ਹੁੰਦਾ। ਜੀ ਪਰ ਜਦੋਂ ਕਦੇ ਉਹ ਸਾਨੂੰ ਉਸ ਸ਼ਖਸ ਵੱਲੋਂ ਕੋਈ ਦੁੱਖ ਮਿਲਦਾ ਜਾਂ ਹਨਾ ਕੋਈ ਹੂੰ। ਸਾਨੂੰ ਠੋਕਰ ਲੱਗਦੀ ਆ, ਹੂੰ ਤਾਂ ਮਨ ਦਾ ਜਦੋਂ ਸ਼ੀਸ਼ਾ ਤਿੜਕਦਾ ਤੇ ਨਾਲ ਉਹਦਾ ਅਕਸ ਦਾ ਟੁੱਟਣਾ ਵੀ ਸੁਭਾਵਿਕ ਹੀ ਹੁੰਦਾ। ਬਿਲਕੁਲ ਜੀ ਸੋ ਬਿਲਕੁਲ। ਇਸ ਦੁੱਖ ਚੋਂ ਹੀ ਇਦਾਂ ਦੀਆਂ ਸਤਰਾਂ, ਇਦਾਂ ਦੀਆਂ ਕਵਿਤਾਵਾਂ ਨਿਕਲੀਆਂ। ਜੀ ਤੇ ਤੁਸੀਂ ਕੁੜੀਆਂ ਤੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਹਨਾ, ਜਿਹੜੀ ਜੀ। ਤੁਹਾਡੀ ਕਵਿਤਾ ਦਾ ਥੀਮ ਕਹਿ ਲਓ, ਜਾਂ ਕੁੜੀਆਂ ਦੇ ਆਲੇ ਦੁਆਲੇ ਤੁਹਾਡੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਉਹ ਤੇ ਘੁੰਮਦੀਆਂ ਸੀ ਹਨਾ। ਜੀ ਕੀ ਤੁਸੀਂ ਕੁੜੀਆਂ ਨੂੰ ਪ੍ਰੇਰਨਾ ਦੇਣ ਲਈ, ਕਿਉਂਕਿ ਮੋਸਟਲੀ ਤੁਹਾਡੀਆਂ ਕਵਿਤਾਵਾਂ ਜਿਹੜੀਆਂ ਪ੍ਰੇਰਨਾਦਾਇਕ ਹੀ ਆ, ਜੀ ਤੇ ਕਿਉਂ ਜ਼ਿਆਦਾ ਤੁਹਾਡੀਆਂ ਕਵਿਤਾਵਾਂ ਦੇ ਜਿਹੜੇ ਪਾਤਰ ਆ ਉਹ ਕੁੜੀਆਂ ਹੀ ਬਣੀਆਂ? ਉਹ ਇਸ ਕਰਕੇ ਕਿ ਮੈਂ ਆਪ ਕੁੜੀ ਹਾਂ ਹੂੰ ਔਰ ਮੈਂ ਆਪ ਕੁੜੀ ਹੋਣ ਦੇ ਨਾਤੇ ਮੈਂ ਸਿਰਫ ਮੈਂ ਕੁੜੀ ਵੀ ਐਸੀ ਵੀ ਜਿਹਨੇ ਹੂੰ ਜ਼ਿੰਦਗੀ ਨੂੰ ਇੰਨਾ ਨੇੜਿਓਂ ਦੇਖਿਆ, ਜ਼ਿੰਦਗੀ ਦੇ ਦੁੱਖਾਂ ਨੂੰ, ਜ਼ਿੰਦਗੀ ਦੀਆਂ ਧੁੱਪਾਂ ਨੂੰ, ਹਨਾ, ਹੂੰ ਤੇ ਕੌੜੇ ਅਨੁਭਵਾਂ ਨੂੰ ਇਦਾਂ ਮਹਿਸੂਸ ਕੀਤਾ, ਆਪਣੇ ਪਿੰਡੇ ਤੇ ਆਪਣੀ ਜਾਨ ਤੇ ਹੰਢਾਇਆ। ਹੂੰ ਸੋ ਇਸ ਕਰਕੇ ਉਹ ਜਿਹੜੇ ਕੁੜੀਆਂ ਦੇ ਸਾਰੇ, ਮੈਨੂੰ ਲੱਗਦਾ ਸੀ ਵੀ ਮੈਂ ਨਹੀਂ ਸਿਰਫ ਦੇਖ ਰਹੀ ਉਹ ਦੁੱਖ, ਮੈਂ ਨਹੀਂ ਜੀ। ਹੰਢਾ ਰਹੀ, ਵੀ ਹੂੰ, ਮੇਰੀ ਸਾਰੀ ਜਾਤ ਹੀ ਉਹ ਦੁੱਖ ਹੰਢਾ ਰਹੀ ਆ, ਸਾਰੀ ਨਾਰੀ ਜਾਤ ਉਹ ਦੇਖ ਰਹੀ ਆ, ਉਸ ਜੀ। ਸਟਰਗਲ ਚੋਂ ਲੰਘ ਰਹੀ ਆ। ਮੇਰੀ ਮਾਂ ਵੀ, ਮੈਂ ਵੀ, ਹੂੰ। ਮੇਰੀਆਂ ਭੈਣਾਂ ਵੀ, ਹੂੰ ਹੋਰ ਵੀ ਮੇਰੇ ਆਲੇ ਦੁਆਲੇ ਜਿਹੜੀਆਂ ਹਨਾ ਕੁੜੀਆਂ, ਹੂੰ, ਤਾਂ ਉਹ ਸਾਰੇ ਦੁੱਖ, ਫਿਰ ਉਹ ਸਾਰੀ ਵੇਦਨਾ ਜਿਹੜੀ ਕੁੜੀਆਂ ਦੀ ਸੀ ਉਹ ਮੇਰੀਆਂ ਕਵਿਤਾਵਾਂ 'ਚ ਢਲਣ ਲੱਗ ਗਈ। ਜੀ ਸੋ ਜਿਵੇਂ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਨੇ, ਹਨਾ, ਹੂੰ ਤੇ ਵੱਡੀਆਂ ਵੀ ਕਵਿਤਾਵਾਂ ਨੇ ਜੀ ਕੁੜੀਆਂ ਬਾਰੇ। ਸੋ ਸ਼ਾਇਦ ਮੈਂ ਕੁੜੀ ਹਾਂ, ਇਸ ਕਰਕੇ ਕੁੜੀਆਂ ਦੇ ਦੁੱਖ, ਉਹਨਾਂ ਦੇ ਸੁਪਨਿਆਂ ਬਾਰੇ, ਉਹਨਾਂ ਦੀ ਰੀਝਾਂ ਬਾਰੇ ਮੈਂ ਜ਼ਿਆਦਾ ਲਿਖਿਆ। ਜੀ ਤੇ ਇੱਕ ਟਾਈਮ ਇਹੋ ਜਿਹਾ ਸੀ ਹਨਾ, ਜਦੋਂ ਤੁਹਾਨੂੰ ਲੱਗਦਾ ਸੀ ਕਿ ਤੁਹਾਡਾ ਜਿਹੜਾ ਕਵਿਤਾ ਲਿਖਣ ਦਾ ਸੁਪਨਾ ਹੈ ਜੀ ਉਹ ਪੂਰਾ ਨਹੀਂ ਹੋ ਰਿਹਾ, ਜਾਂ ਤੁਹਾਨੂੰ ਟੁੱਟਦਾ ਨਜ਼ਰ ਆ ਰਿਹਾ ਸੀਗਾ, ਜੀ ਉਸ ਸਮੇਂ ਤੁਸੀਂ ਕੀ ਮਹਿਸੂਸ ਕਰਦੇ ਸੀ, ਜਾਂ ਉਸ ਦੌਰਾਨ ਤੁਸੀਂ ਕੋਈ ਕਵਿਤਾ ਲਿਖੀ? ਹਾਂ, ਬਹੁਤ ਲਿਖੀਆਂ, ਬਹੁਤੀਆਂ ਕਵਿਤਾਵਾਂ ਜਦੋਂ ਕਿ ਮੈਂ ਦੱਸਦੀ ਹਾਂ ਤੁਹਾਨੂੰ, ਵੀ ਜਦੋਂ ਮੈਂ ਸੋਚਦੀ ਸੀਗੀ ਵੀ ਮੈਂ ਸਹੁਰੇ ਘਰ ਜਾਊਂਗੀ, ਉੱਥੇ ਮੈਂ ਦੁਬਾਰਾ ਪੜ੍ਹਨ ਲੱਗੂੰਗੀ ਸਕੂਲੇ, ਜੀ ਦੁਬਾਰਾ ਮੈਂ ਗੀਤ ਲਿਖਣ ਲੱਗੂੰਗੀ, ਹੂੰ ਤੇ ਉੱਥੇ ਮੈਂ ਜਦੋਂ ਨਾ ਆ ਕੇ ਦੇਖਿਆ ਵੀ ਇਹ ਤਾਂ ਉਦੋਂ ਵੀ ਕੰਮ ਖਰਾਬ ਹੋ ਗਿਆ। ਵੀ ਉਦੋਂ ਤਾਂ ਇੱਕ ਆਸ ਸੀਗੀ ਪੇਕੇ ਘਰ ਹਾਂ, ਹੁੰਦਿਆਂ ਤਾਂ, ਬਿਲਕੁਲ, ਵੀ ਇੱਕ ਮੇਰਾ ਹੋਰ ਨਵਾਂ ਘਰ ਪਰਿਵਾਰ ਹੋਊਗਾ। ਮੈਂ ਜੀ। ਕਿਹਾ ਇੱਥੇ ਤਾਂ ਹੁਣ ਮੈਂ ਅੱਗੇ ਕਿਤੇ ਹੂੰ। ਜਾਣਾ ਹੀ ਨਹੀਂ, ਬਸ ਇੱਥੇ ਹੀ ਸਾਰੀ ਜ਼ਿੰਦਗੀ ਜੀ ਇਸ ਖੂਹ ਵਿੱਚ, ਇਸ ਹਨੇਰੇ 'ਚ ਹੀ, ਇਹਨਾਂ ਦਰਵਾਜ਼ਿਆਂ ਪਿੱਛੇ, ਕੰਧਾਂ ਪਿੱਛੇ ਹੀ ਬਤੀਤ ਕਰਨੀ ਪੈਣੀ ਆ। ਜੀ ਸੋ ਉਦੋਂ ਮੈਂ ਜਿਹੜੀਆਂ ਰਚਨਾਵਾਂ ਲਿਖੀਆਂ, ਹਨਾ, ਹੂੰ ਜਿਹੜੀਆਂ ਉਸ ਭਾਵਨਾਵਾਂ ਸੀ ਮੇਰੀਆਂ, ਹੂੰ ਉਹਨਾਂ 'ਚੋਂ ਮੈਂ ਇੱਕ ਤੁਹਾਡੇ ਨਾਲ ਬਿਲਕੁਲ ਜੀ ਥੋੜਾ ਬਿਲਕੁਲ, ਸ਼ੇਅਰ ਕਰਦੀ ਜ਼ਰੂਰ ਹਾਂ ਸੁਣਨਾ ਚਾਹਾਂਗੀ। ਕਿ ਬੜੀ ਹੀ ਨਰਮ ਪੱਤੀ ਹਾਂ, ਤੂਫਾਨਾਂ ਦੀ ਸਤਾਈ ਹਾਂ, ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ 'ਚ ਆਈ ਹਾਂ। ਮੈਂ ਕਿਸ ਨੂੰ ਆਪਣਾ ਆਖਾਂ ਕਿ ਇੱਥੇ ਕੌਣ ਹੈ ਮੇਰਾ, ਮੈਂ ਕੱਲ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ। ਤੇ ਹਾਏ ਥਲ ਤੇਰੀ ਖਾਤਰ ਮੈਂ ਕੀ ਰੂਪ ਬਦਲੇ ਨੇ, ਘਟਾ ਬਣ ਕੇ ਵੀ ਛਾਈ ਹਾਂ, ਨਦੀ ਬਣ ਕੇ ਵੀ ਆਈ ਹਾਂ। ਨਾ ਮੇਰੇ ਹੰਝੂਆਂ ਤੋਂ ਡਰ ਕਿ ਪੱਲਾ ਕਰ ਤੇਰੀ ਖਾਤਰ, ਛੁਪਾ ਕੇ ਬੁੱਲੀਆਂ ਵਿੱਚ ਮੈਂ ਬੜੇ ਹਾਸੇ ਲਿਆਈ ਹਾਂ। ਇਹ ਰੁੱਤਾਂ ਸਾਰੀਆਂ ਮੈਨੂੰ ਮੇਰੇ ਅਨੁਕੂਲ ਹੀ ਜਾਪਣ, ਮੈਂ ਬਾਰਿਸ਼ ਨੇ ਵੀ ਝੰਬੀ ਹਾਂ, ਮੈਂ ਧੁੱਪ ਨੇ ਵੀ ਤਪਾਈ ਹਾਂ। ਮੇਰੀ ਤਸਵੀਰ ਇੱਕ ਸਿੱਕਾ ਹੈ ਜਿਸ ਦੇ ਦੋ ਪਹਿਲੂ ਨੇ, ਕਿਸੇ ਲਈ ਦਰਦ ਬਣ ਜਾਵਾਂ, ਕਿਸੇ ਲਈ ਮੈਂ ਦਵਾਈ ਹਾਂ। ਮੇਰਾ ਜੱਗ ਤੇ ਮੁਕਾਮ ਐ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ, ਕੋਈ ਆਖੇ ਮੈਂ ਜ਼ਰਾ ਹਾਂ, ਕੋਈ ਆਖੇ ਖੁਦਾਈ ਹਾਂ। ਬੜੀ ਹੀ ਨਰਮ ਪੱਤੀ ਹਾਂ, ਤੂਫਾਨਾਂ ਦੀ ਸਤਾਈ ਹਾਂ, ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ 'ਚ ਆਈ ਹਾਂ। ਜੀ ਬੜੀਆਂ ਖੂਬਸੂਰਤ ਲਾਈਨਾਂ ਹਨਾ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਕੁੜੀਆਂ ਦਾ ਜਿਹੜਾ ਦੁੱਖ ਹੈ ਉਹ ਵੀ ਬਿਆਨ ਕਰਦੀਆਂ। ਤੁਹਾਨੂੰ ਕੀ ਲੱਗਦਾ, ਇਹ ਸਿਰਫ ਤੁਹਾਡੀ ਕਹਾਣੀ ਹੈ ਜਾਂ ਸਾਡੇ ਸਮਾਜ ਦੀ ਹਰ ਉਹ ਕੁੜੀ ਦੀ ਕਹਾਣੀ ਹੈ? ਰਾਜਵਿੰਦਰ, ਇਹ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਆ ਹਨਾ, ਵੀ ਇਹ ਮੇਰਾ ਕੱਲੀ ਦਾ ਦੁੱਖ ਨਹੀਂਗਾ, ਕਿਉਂਕਿ ਜਿਹੜਾ ਜਿਵੇਂ ਆਹ ਸ਼ੇਰ ਹੀ ਆ ਹਨਾ, ਕਿਉਂਕਿ ਜਿਹੜੀ ਕਵੀ ਦੀ ਮੈਂ ਹੁੰਦੀ ਆ ਨਾ, ਉਹ ਸਿਰਫ ਕਵੀ ਦੀ ਮੈਂ ਨਹੀਂ ਹੁੰਦੀਗੀ, ਉਹਦੇ ਨਾਲ ਦੇ ਹੋਰ ਬਹੁਤ ਹਜ਼ਾਰਾਂ ਲੱਖਾਂ ਬੰਦੇ ਹੁੰਦੇ ਆ ਹਨਾ, ਜਿਵੇਂ ਮੇਰੇ ਵਰਗੀਆਂ ਹਜ਼ਾਰਾਂ ਲੱਖਾਂ ਕੁੜੀਆਂ ਨੇ, ਜਿਨ੍ਹਾਂ ਨੂੰ ਮਤਲਬ ਸਾਡੇ ਸਮਾਜ ਵਿੱਚ ਤਾਂ ਰੀਤ ਹੀ ਆ ਕਿ ਹਰੇਕ ਕੁੜੀ ਨੂੰ ਪੇਕਿਆਂ ਦਾ ਘਰ ਛੱਡ ਕੇ ਸਹੁਰੇ ਜਾਣਾ ਪੈਂਦਾ। ਤੇ ਜਿਵੇਂ ਆਹ ਸ਼ੇਰ ਆ ਨਾ, ਵੀ ਮੈਂ ਕਿਸ ਨੂੰ ਆਪਣਾ ਆਖਾਂ
ਕਿ ਇੱਥੇ ਕੌਣ ਹੈ ਮੇਰਾ, ਮੈਂ ਹਮ। ਕੱਲ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ। ਜੀ ਸੋ ਸਾਡੇ ਸਮਾਜ ਦੀਆਂ ਸਾਰੀਆਂ ਕੁੜੀਆਂ ਦੀ ਹੀ ਹੋਣੀ ਆ। ਸੋ ਇਹ ਸਾਰੀਆਂ ਕੁੜੀਆਂ ਦਾ ਹੀ ਦੁੱਖ ਆ ਜੀ। ਔਰ ਇੱਕ ਤੁਸੀਂ ਕਵਿਤਾ ਲਿਖੀ ਪੰਜ ਤੱਤ, ਜੀ। ਜਿਹਨੂੰ ਤੁਸੀਂ ਕਹਿ ਲਓ ਕਿ ਇਸਤਰੀ ਨਾਲ ਜੋੜਿਆ ਹਨਾ, ਤੇ ਕਿਸ ਤਰ੍ਹਾਂ ਤੁਹਾਡਾ ਇਹ ਸਬੱਬ ਬਣਿਆ ਇਹ ਕਵਿਤਾ ਲਿਖਣ ਦਾ? ਹਾਂ ਰਾਜਵਿੰਦਰ, ਇਹ ਵੀ 2-3 ਸਤਰਾਂ ਦੀ ਇੱਕ ਹਮ। ਛੋਟੀ ਜੀ ਨਜ਼ਮ ਹੈ ਕਿ ਪਿਆਰ, ਸਮਰਪਣ, ਅਥਰੂ, ਉਡੀਕ ਤੇ ਛਾਂ, ਇਹ ਨੇ ਉਹਨਾਂ ਪੰਜਾਂ ਤੱਤਾਂ ਦੇ ਨਾਂ ਜਿਨ੍ਹਾਂ ਤੋਂ ਬਣਦੀ ਹੈ ਧੀ, ਭੈਣ, ਪਤਨੀ, ਮਹਿਬੂਬਾ ਤੇ ਮਾਂ। ਔਰ ਮੈਨੂੰ ਲੱਗਦਾ ਵੀ ਜਿਹੜੀ ਸਾਡੇ ਸਮਾਜ ਦੀ ਜਿਹੜੀ ਔਰਤ ਆ ਉਹਦੀ ਇਹੀ ਹੋਣੀ ਆ ਕਿ ਉਹ ਇੱਕ ਪਿਆਰ ਦੀ ਮੂਰਤ ਆ, ਮਮਤਾ ਦੀ ਮੂਰਤ ਆ, ਹਨਾ, ਕਰੁਣਾ ਦੀ, ਮੁਹੱਬਤ ਦੀ ਮੂਰਤ ਆ। ਔਰ ਉਹਦੇ ਹਿੱਸੇ ਦੇ ਵਿੱਚ ਕਿਉਂਕਿ ਘਰ ਪਰਿਵਾਰ ਨਾਲ ਜ਼ਿਆਦਾ ਜੁੜੀ ਹੁੰਦੀ ਆ। ਬਿਲਕੁਲ ਜੀ। ਸੋ ਉਹਦੇ ਹਿੱਸੇ ਦੇ ਵਿੱਚ ਵਿਯੋਗ ਜ਼ਿਆਦਾ, ਉਹਦੇ ਹਿੱਸੇ ਦੇ ਵਿੱਚ ਉਡੀਕ ਜ਼ਿਆਦਾ, ਉਹਦੇ ਹਿੱਸੇ ਦੇ ਵਿੱਚ ਸਮਰਪਣ ਜ਼ਿਆਦਾ, ਕਿਉਂਕਿ ਉਹ ਸਮਰਪਿਤ ਹੁੰਦੀ ਆ ਘਰ ਪਰਿਵਾਰ ਨੂੰ। ਸੋ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਬੰਦਾ ਪੰਜਾਂ ਤੱਤਾਂ ਦਾ ਬਣਿਆ ਹੋਇਆ, ਵੀ ਜਿਹੜੇ ਆਹ ਪੰਜ ਤੱਤ ਨੇ, ਅੱਗ, ਹਵਾ, ਪਾਣੀ, ਮਿੱਟੀ, ਹਨਾ, ਸਾਰੇ ਆਕਾਸ਼। ਸੋ ਵੀ ਜਿਹੜੀ ਔਰਤ ਆ ਉਹ ਸਿਰਫ ਇਹਨਾਂ ਪੰਜਾਂ ਤੱਤਾਂ ਦੀ ਹੀ ਨਹੀਂ ਬਣੀ ਹੈਗੀ, ਵੀ ਉਹ ਤਾਂ ਇਹਨਾਂ ਪੰਜਾਂ ਤੱਤਾਂ ਦੀ ਬਣੀ ਹੋਈ ਆ, ਜਿਹਦੇ ਵਿੱਚ ਇਹ ਸਾਰੇ ਆਉਂਦੇ ਆ, ਹਨਾ, ਪਿਆਰ ਆਉਂਦਾ, ਅਥਰੂ ਆਉਂਦੇ ਆ, ਸਮਰਪਣ ਆਉਂਦਾ, ਉਡੀਕ, ਛਾਂ, ਇਹ ਸਾਰਾ ਕੁਝ। ਤੇ ਮੈਨੂੰ ਲੱਗਦਾ ਵੀ ਇਹ ਔਰਤ ਦੇ ਹਿੱਸੇ ਇਦਾਂ ਆਇਆ, ਉਹਦੀ ਜ਼ਿੰਦਗੀ ਚ ਆਇਆ ਜੀ। ਤੇ ਤੁਹਾਡੀਆਂ ਬਹੁਤ ਸਾਰੀਆਂ ਕਵਿਤਾਵਾਂ ਅਜਿਹੀਆਂ ਜਿਹੜੀਆਂ ਮੁਹੱਬਤੀ ਰੰਗ ਵਿੱਚ ਰੰਗੀਆਂ, ਹਨਾ, ਤੇ ਕੋਈ ਇਦਾਂ ਦੀ ਕਵਿਤਾ ਵੀ ਆਪਾਂ ਤੁਹਾਡੀ ਮੁਹੱਬਤੀ ਰੰਗ ਵਿੱਚ ਰੰਗੀ ਹੋਈ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ? ਸ਼ੌਕ ਹੀ ਸ਼ੌਕ ਵਿੱਚ ਮੈਂ ਤਬਾਹ ਹੋ ਗਈ, ਪੈਰ ਨੰਗੇ ਸੀ ਤੇਰੇ ਮੈਂ ਘਾਹ ਹੋ ਗਈ। ਸ਼ੌਕ ਹੀ ਸ਼ੌਕ ਵਿੱਚ ਮੈਂ ਤਬਾਹ ਹੋ ਗਈ, ਪੈਰ ਨੰਗੇ ਸੀ ਤੇਰੇ ਮੈਂ ਘਾਹ ਹੋ ਗਈ। ਆਪਾਂ ਦੋਵਾਂ ਨੇ ਜਾਣਾ ਸੀ ਇੱਕੋ ਜਗ੍ਹਾ, ਤੂੰ ਸਫ਼ਰ ਹੋ ਗਿਆ ਤੇ ਮੈਂ ਰਾਹ ਹੋ ਗਈ। ਫਾਸਲਾ ਹੁਣ ਸਾਡੇ 'ਚ ਸੰਭਵ ਨਹੀਂ, ਤੂੰ ਬਦਨ ਹੋ ਗਿਆ ਤੇ ਮੈਂ ਸਾਹ ਹੋ ਗਈ। ਕੋਈ ਪਾਣੀ ਮੇਰੀ ਤੇ ਦਾ ਹਾਣੀ ਨਾ ਸੀ, ਨੀ ਮੈਂ ਪੱਤਣਾ ਤੇ ਫਿਰਦੀ ਫਨਾ ਹੋ ਗਈ, ਨੀ ਮੈਂ ਪੱਤਣਾ ਤੇ ਫਿਰਦੀ ਫਨਾ ਹੋ ਗਈ। ਜੀ। ਔਰ ਤੁਸੀਂ ਦੇਖੋ ਕੁੜੀਆਂ ਤੇ ਵੀ ਕਵਿਤਾਵਾਂ ਲਿਖੀਆਂ ਹਨਾ ਬਹੁਤ ਸਾਰੀਆਂ, ਤੇ ਮੁਹੱਬਤੀ ਰੰਗ ਵਿੱਚ ਵੀ ਰੰਗੀਆਂ ਜਿਹੜੀਆਂ ਉਹ ਕਵਿਤਾਵਾਂ ਲਿਖੀਆਂ। ਦਰਸ਼ਕਾਂ ਵੱਲੋਂ ਕਿਸ ਚੀਜ਼ ਨੂੰ ਜ਼ਿਆਦਾ ਹੁੰਗਾਰਾ ਮਿਲਿਆ, ਕਿਹੜੀਆਂ ਕਵਿਤਾਵਾਂ ਨੂੰ? ਦਰਸ਼ਕਾਂ ਵੱਲੋਂ, ਪਾਠਕਾਂ ਵੱਲੋਂ ਬਹੁਤ ਪਿਆਰ ਮਿਲਿਆ। ਮੈਨੂੰ ਲੱਗਦਾ ਨਹੀਂ ਸੀਗਾ ਕਿ ਮੇਰੀ ਕਵਿਤਾ ਨੂੰ ਇਸ ਤਰ੍ਹਾਂ ਪਰਵਾਨਿਆ ਜਾਊਗਾ, ਇਸ ਤਰ੍ਹਾਂ ਪੜ੍ਹਿਆ ਜਾਊਗਾ, ਇਸ ਤਰ੍ਹਾਂ ਪਿਆਰ ਕੀਤਾ ਜਾਊਗਾ। ਮੈਂ ਤਾਂ ਸਿਰਫ ਇੰਨਾ ਕਿ ਚਾਅ ਪੂਰਾ ਕਰਨਾ ਚਾਹੁੰਦੀ ਸੀ ਵੀ ਮੇਰੇ ਲਿਖੇ ਹੋਏ ਅੱਖਰ ਕਿਤੇ ਛਪੇ ਹੋਏ ਹੋਣ, ਕਿਤੇ ਅਖਬਾਰ 'ਚ ਮੇਰੀ ਕਵਿਤਾ ਛਪੀ ਹੋਵੇ, ਕਿਤੇ ਕਿਸੇ ਪਰਚੇ 'ਚ, ਕਿਤੇ। ਤੇ ਮੈਂ ਤਾਂ ਕਿਤਾਬ ਦਾ ਵੀ ਸੁਪਨਾ ਨਹੀਂ ਸੀ ਲਿਆ। ਫਿਰ ਮੇਰੀ ਕਿਤਾਬ ਵੀ ਛਪ ਗਈ। ਸੋ ਫਿਰ ਮੇਰੀ ਇੱਕ ਕਿਤਾਬ ਨਹੀਂ ਛਪੀ, ਫਿਰ ਮੇਰੀ 9 ਕਿਤਾਬਾਂ ਛਪ ਗਈਆਂ। ਫਿਰ ਉਹ ਕਿਤਾਬਾਂ ਛਪੀਆਂ ਹੀ ਨਹੀਂ, ਉਹ ਫਿਰ ਸਿਲੇਬਸਾਂ 'ਚ ਲੱਗ ਗਈਆਂ। ਤਾਂ ਦੂਰ ਦੂਰ ਤੱਕ ਮੈਨੂੰ ਸੱਦਿਆ ਜਾਣ ਲੱਗਾ। ਸੋ ਇੰਨਾ ਜ਼ਿਆਦਾ ਪਿਆਰ, ਇੰਨਾ ਵੱਡਾ ਹੁੰਗਾਰਾ, ਮੈਨੂੰ ਯਕੀਨ ਹੀ ਨਹੀਂ ਹੁੰਦਾ ਅਜੇ ਤੱਕ ਵੀ ਉਹ ਜਿਹੜੀ ਕੁੜੀ ਸੀਗੀ ਜਿਹਨੂੰ 9ਵੀਂ 'ਚੋਂ ਹਟਾਇਆ ਗਿਆ ਸੀ ਸਕੂਲੋਂ, ਵੀ ਉਹ ਇੰਨਾ ਸਟਰਗਲ ਕਰਦੀ ਇੰਨਾ ਇੱਕ ਜਿੱਥੇ ਕੋਈ ਮਾਹੌਲ ਵੀ ਨਹੀਂ, ਜਿੱਥੇ ਕੋਈ ਸਹਾਰਾ ਵੀ ਨਹੀਂ, ਹਨਾ, ਕੋਈ ਪ੍ਰੇਰਨਾ ਵੀ ਨਹੀਂ, ਵੀ ਹਨੇਰੇ ਚੋਂ ਕਿਵੇਂ ਉਹ ਬਾਹਰ ਨਿਕਲੀ, ਕਿਵੇਂ ਰੋਸ਼ਨੀ ਚ ਆ ਗਈ, ਹਨਾ। ਤੇ ਇਹ ਸਾਰਾ ਸ਼ਾਇਦ ਵੀ ਆਪਣੀ ਇੱਕ ਦ੍ਰਿੜਤਾ ਦਾ, ਹਨਾ, ਆਪਣੇ ਲਗਨ ਦਾ, ਆਪਣੀ ਮਿਹਨਤ ਦਾ ਹੀ ਮੁੱਲ ਸੀ ਮਿਲਿਆ ਮੈਨੂੰ, ਹਨਾ, ਜਿਹੜਾ ਕਿ ਮੈਂ ਕਹਿੰਦੀ ਹੁੰਦੀ ਆ ਕੁੜੀਆਂ ਨੂੰ ਵੀ ਸਾਰਿਆਂ ਨੂੰ ਮਿਲਦਾ, ਵੀ ਆਪਣੀ ਤੁਸੀਂ ਮਿਹਨਤ ਕਰਨੀ ਨਾ ਛੱਡੋ, ਆਪਣੀ ਲਗਨ ਪੱਕੀ ਰੱਖੋ, ਦ੍ਰਿੜਤਾ ਨਾਲ ਆਪਣੇ ਰਾਹ ਤੇ ਤੁਰਦੇ ਰਹੋ। ਜੀ ਬਿਲਕੁਲ। ਔਰ ਕਿਉਂਕਿ ਜੇ ਆਪਾਂ ਸੁਪਨੇ ਦੇਖਦੇ ਆ ਤਾਂ ਉਹਨਾਂ ਨੂੰ ਜਿਹੜਾ ਪੂਰਾ ਕਰਨ ਵਾਲਾ ਮਾਰਗ ਹੈ ਉਹਨਾਂ ਤੇ ਚੱਲਦੇ ਰਹੋ। ਜਿਸ ਤਰ੍ਹਾਂ ਕਿ ਤੁਹਾਡੀ ਲਾਈਫ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਤੁਹਾਡੇ ਸੁਪਨੇ ਪੂਰੇ ਹੋਏ, ਚਾਹੇ ਥੋੜਾ ਵਕਤ ਲੱਗ ਗਿਆ, ਤੁਹਾਡਾ ਉਹ ਜਿਹੜਾ ਸੰਘਰਸ਼ ਆ ਤੁਸੀਂ ਛੱਡਿਆ ਨਹੀਂ ਔਰ ਆਪਣੇ ਸੁਪਨੇ ਪੂਰੇ ਕੀਤੇ। ਔਰ ਜਾਂਦੇ ਜਾਂਦੇ ਤੁਹਾਡੇ ਮੈਂ ਇੱਕ ਕਵਿਤਾ ਪੜ੍ਹੀ ਸੀਗੀ, ਉਹਦੇ ਬਾਰੇ ਵੀ ਆਪਦੇ ਜਿਹੜੇ ਤੁਹਾਡੇ ਥੋਟਸ ਆ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਰਾਜਵਿੰਦਰ, ਉਹ ਕਵਿਤਾ ਏਦਾਂ ਸੀਗੀ ਵੀ ਕਈ ਵਾਰੀ ਬੰਦੇ ਨੂੰ ਲੱਗਦਾ ਕਿ ਜੇ ਆਹ ਬੰਦਾ ਮੇਰੇ ਨਾਲ ਨਾ ਰਿਹਾ, ਹਨਾ, ਆਹ ਰਿਸ਼ਤਾ ਮੇਰੇ ਨਾਲ ਨਾ ਰਿਹਾ, ਇਹਦਾ ਸਾਥ ਨਾ ਹੋਇਆ, ਤੇ ਵੀ ਮੈਂ ਤਾਂ ਟੁੱਟ ਜੂ, ਮੈਂ ਇਕੱਲਾ ਕਿਵੇਂ ਜਿਊਂਗਾ, ਹਨਾ। ਤੇ ਇਸ ਤਰ੍ਹਾਂ ਹੀ ਜਿਹੜੀ ਮੇਰੀ ਕਵਿਤਾ ਦੀ ਜਿਹੜੀ ਪਾਤਰ ਆ, ਹਨਾ, ਉਹ ਮੈਂ ਪਾਤਰ, ਹਨਾ, ਉਹ ਸੋਚਦੀ ਆ ਵੀ ਜਦੋਂ ਤੂੰ ਚਲਿਆ ਗਿਆ ਤਾਂ ਮੈਨੂੰ ਲੱਗਿਆ ਵੀ ਮੈਂ ਤਾਂ ਇਕੱਲੀ ਰਹਿ ਗਈ। ਪਰ ਫਿਰ ਮੈਂ ਕਹਿੰਦੀ ਆ ਵੀ ਮੈਂ
ਸ਼ੀਸ਼ਾ ਦੇਖਿਆ, ਅਥਰੂ ਪੁੰਝੇ ਤੇ ਇੱਕ ਯਕੀਨ ਭਰਿਆ ਹਾਸਾ ਮੇਰੇ ਹੋਠਾਂ ਤੇ ਖਿੜ ਗਿਆ। ਜੀ ਤੇਰੇ ਜਾਣ ਤੋਂ ਬਾਅਦ ਮੈਂ ਇਕੱਲੀ ਨਹੀਂ ਸੀ। ਤੇ ਉਹ ਫਿਰ ਉਹ ਸਾਰਾ ਕੁਝ ਦੇਖਦੀ ਆ ਵੀ ਮੇਰੇ ਕੋਲ ਤਾਂ ਸਾਰਾ ਕੁਝ ਹੀ ਹੈ ਜਿਹੜਾ ਉਹਦੇ ਕੋਲੇ ਆ, ਵੀ ਜੀ। ਕੁਦਰਤ ਨੇ ਮੈਨੂੰ ਉਹਨਾਂ ਸੱਤ ਸੁਰਾਂ ਨਾਲ, 8 ਪੈਰਾਂ ਨਾਲ, 9 ਜੀ। ਨਿੱਧਾਂ ਸਾਰਾ ਕੁਝ ਹੀ ਦਿੱਤਾ ਹੈ, ਸਭ ਖਜ਼ਾਨੇ ਮੇਰੇ ਕੋਲੇ ਆ। ਤੇ ਫਿਰ ਉਹ ਜਦੋਂ ਆਪਣੀਆਂ ਅੰਦਰ ਸੁੱਤੀਆਂ ਪਈਆਂ ਸ਼ਕਤੀਆਂ ਨੂੰ ਜਗਾ ਲੈਂਦੀ ਆ ਤੇ ਆਪਣੇ ਸਿਰ ਤੇ ਆਪਣੇ ਬਲਬੂਤੇ ਦੇ ਨਾਲ ਜਿਉਣਾ ਸ਼ੁਰੂ ਕਰਦੇ ਆ, ਜੀ ਤਾਂ ਉਹਨੂੰ ਲੱਗਦਾ ਕਿ ਮੈਨੂੰ ਵੀ ਕੁਦਰਤ ਨੇ ਉਦਾਂ ਹੀ ਨਵਾਜ਼ਿਆ ਔਰ ਮੈਂ ਵੀ ਜਿਉਂ ਸਕਦੀ ਆ, ਜੀ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਆ। ਸੋ ਇਸ ਤਰ੍ਹਾਂ ਬਸ ਵੀ ਆਪਣੇ ਇੱਕ ਜੀ ਕਿਉਂਕਿ ਕਈ ਵਾਰੀ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਜਿਹੜਾ ਸਹਾਰਾ ਹੈ, ਜੀ ਔਰ ਉਹ ਸਹਾਰਾ ਦੇਖੋ ਕਈ ਵਾਰੀ ਸਾਨੂੰ ਇਹ ਹੈ ਕਿ ਖੋਖਲੇ ਵੀ ਕਰ ਦਿੰਦਾ ਹੈ, ਜੀ ਕਿਉਂਕਿ ਜੀ ਅਸੀਂ ਕਿਸੇ ਤੇ ਬਹੁਤ ਜ਼ਿਆਦਾ ਉਹ ਕਹਿ ਲਓ ਕਿ ਡਿਪੈਂਡ ਹੋ ਜਾਂਦੇ ਹਾਂ। ਬਿਲਕੁਲ ਬਿਲਕੁਲ। ਜੀ ਤੇ ਜਾਂਦੇ ਜਾਂਦੇ ਕੋਈ ਤੁਹਾਡੀ ਬਹੁਤ ਹੀ ਖੂਬਸੂਰਤ ਜੀ 2 ਕੁ ਲਾਈਨਾਂ ਦੀ ਕਵਿਤਾ ਜ਼ਰੂਰ ਸ਼ੇਅਰ ਕਰੋ। ਕੁਝ ਚਿਰ ਆਇਆ ਸੀ ਉਹਨਾਂ ਦੇ ਫੁੰਕਾਰਿਆਂ ਤੇ ਰੋਸ ਜਿਹਾ, ਕੁਝ ਚਿਰ ਆਇਆ ਸੀ ਉਹਨਾਂ ਦੇ ਫੁੰਕਾਰਿਆਂ ਤੇ ਰੋਸ ਜਿਹਾ, ਫੇਰ ਮਨ ਦੇ ਮੋਰ ਨੇ ਸੱਪਾਂ ਦੇ ਸਿਰਾਂ ਤੇ ਨੱਚਣਾ ਸਿੱਖ ਲਿਆ। ਜੀ ਔਰ ਇਸ ਖੂਬਸੂਰਤ ਕਵਿਤਾ ਦੇ ਨਾਲ ਹੀ ਜਿਹੜੇ ਸਾਡੀ ਅੱਜ ਦੀ ਇੰਟਰਵਿਊ ਦਾ ਸਮਾਂ ਵੀ ਇੱਥੇ ਹੀ ਖਤਮ ਹੁੰਦਾ। ਗੱਲਾਂ ਬਾਤਾਂ ਤਾਂ ਆਪਾਂ ਹੋਰ ਕਰਨਾ ਚਾਹੁੰਦੇ ਸੀਗੇ, ਪਰ ਜੀ। ਜਿਹੜਾ ਸਮਾਂ ਸਾਨੂੰ ਇਸ਼ਾਰਾ ਕਰ ਰਿਹਾ ਕਿ ਸਾਨੂੰ ਜਿਹੜਾ ਪ੍ਰੋਗਰਾਮ ਹੈ ਖਤਮ ਕਰਨਾ ਪੈਣਾ ਹੈ। ਪਰ ਜੀ। ਤੁਹਾਡਾ ਇਹਦੇ ਲਈ ਤੁਸੀਂ ਸਾਡੇ ਜਿਹੜੇ ਆਪਦੇ ਜ਼ਿੰਦਗੀ ਦੇ ਐਕਸਪੀਰੀਅੰਸ ਹੈ, ਤੁਹਾਡੀ ਕਵਿਤਾ ਦਾ ਸਫ਼ਰ ਕੀਤਾ, ਉਹ ਸ਼ੇਅਰ ਕੀਤਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਿਹਰਬਾਨੀ ਜੀ ਤੁਹਾਡੀ ਵੀ। ਇਸੇ ਨਾਲ ਹੀ ਪ੍ਰੋਗਰਾਮ ਸਾਹਿਤ ਦੇ ਸੰਗ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਹਫਤੇ ਕਿਸੇ ਹੋਰ ਸਾਹਿਤਕਾਰ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।